ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 60 ਹੈ। ਅਸੀਂ ਕੌਸ਼ੀ-ਯੂਲਰ ਇਕੁਏਸ਼ਨਸ ਬਾਰੇ ਗੱਲ ਕਰਾਂਗੇ। ਇਸ ਲਈ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਕੌਸ਼ੀ-ਯੂਲਰ ਇਕੁਏਸ਼ਨਸ ਕੀ ਹਨ ਅਤੇ ਫਿਰ ਇਹਨਾਂ ਦੀਆਂ ਸੋਲਿਊਸ਼ਨ ਟੈਕਨੀਕਸ ਬਾਰੇ ਜਾਣਾਂਗੇ। ਇਸ ਲਈ ਕੌਸ਼ੀ-ਯੂਲਰ ਇਕੁਏਸ਼ਨਸ ਉਹ ਇਕੁਏਸ਼ਨਸ ਹਨ ਜਿਨ੍ਹਾਂ ਵਿੱਚ ਨਾਨ ਕੋਨਸਟੈਂਟ ਕੋਐਫੀਸ਼ੀਐਂਟਸ ਹੁੰਦੇ ਹਨ। ਹੁਣ ਤੱਕ ਅਸੀਂ ਕੋਨਸਟੈਂਟ ਕੋਐਫੀਸ਼ੀਐਂਟਸ ਵਾਲੀਆਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਬਾਰੇ ਪੜ੍ਹਿਆ ਹੈ। ਇਸ ਲਈ ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਇਕੁਏਸ਼ਨ ਹੈ ਜਿਸ ਵਿੱਚ ਨਾਨ ਕੋਨਸਟੈਂਟ ਕੋਐਫੀਸ਼ੀਐਂਟਸ ਹਨ। ਇਸ ਲਈ ਇੱਥੇ ਅਸੀਂ ਦੇਖਦੇ ਹਾਂ ਕਿ ਇਹ x ਪਾਵਰ n ਆ ਰਿਹਾ ਹੈ ਅਤੇ ਫਿਰ x ਪਾਵਰ n-1 ਡੈਰੀਵੇਟਿਵ ਨਾਲ ਆ ਰਿਹਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਹੈ। ਤਾਂ ਇੱਥੇ ਅਸੀਂ ਇਸ ਇਕੁਏਸ਼ਨ ਨੂੰ ਕੰਸੀਡਰ ਕਰਾਂਗੇ ਜਿਸ ਵਿੱਚ ਇਹ ਨਾਨ ਕੋਨਸਟੈਂਟ ਕੋਐਫੀਸ਼ੀਐਂਟਸ ਹਨ। ਇਸ ਲਈ ਇਹ a1 a2 an ਇਹ ਕੋਨਸਟੈਂਟ ਹਨ। ਇਹਨਾਂ ਨਾਲ ਸਾਡੇ ਕੋਲ ਇਹ x ਪਾਵਰ n-1 ਅਤੇ x ਪਾਵਰ n-2 ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹੈ। ਇਸ ਲਈ ਅੱਜ ਅਸੀਂ ਦੇਖਾਂਗੇ ਕਿ ਇਹਨਾਂ ਇਕੁਏਸ਼ਨਸ ਨੂੰ ਕਿਵੇਂ ਹੱਲ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਇਹਨਾਂ ਡੈਰੀਵੇਟਿਵ ਟਰਮਜ਼ ਦੇ ਕੋਐਫੀਸ਼ੀਐਂਟਸ ਦੇ ਰੂਪ ਵਿੱਚ ਨਾਨ ਕੋਨਸਟੈਂਟ ਹੁੰਦੇ ਹਨ। ਤਾਂ ਇੱਥੇ ਇਸ nth ਡੈਰੀਵੇਟਿਵ ਨੂੰ ਦਰਸਾਉਣ ਲਈ ਸਾਡੇ ਕੋਲ ਆਪਰੇਟਰ d ਹੈ ਜੋ ਅਸੀਂ ਆਮ ਤੌਰ ਤੇ ਕਰਦੇ ਹਾਂ। ਇਸ ਲਈ ਅਸੀਂ ਇਸ ਇਕੁਏਸ਼ਨ ਨੂੰ ਇਸ ਫਾਰਮ ਵਿੱਚ ਲਿਖ ਸਕਦੇ ਹਾਂ x ਪਾਵਰ n d n ਅਤੇ ਫਿਰ a1 x ਪਾਵਰ n-1 ਅਤੇ ਇਹ ਆਪਰੇਟਰ d n-1 ਜੋ ਇਸ y x ਤੇ ਆਪਰੇਟਡ ਹੈ। ਹੁਣ ਇਸ ਕੌਸ਼ੀ-ਯੂਲਰ ਇਕੁਏਸ਼ਨ ਨੂੰ ਲੈਂਦੇ ਹਾਂ ਕਿ ਇਸ ਨੂੰ ਹੱਲ ਕਿਵੇਂ ਕਰਨਾ ਹੈ। ਅਸੀਂ ਕੀ ਕਰਾਂਗੇ, ਅਸੀਂ ਇਸ x ਨੂੰ ਚੁਣਾਂਗੇ ਜਾਂ ਅਸੀਂ ਇਸ x ਟੂ e ਪਾਵਰ z ਨੂੰ ਸਬਸਟੀਟਿਊਟ ਕਰਾਂਗੇ। ਇਸ ਲਈ ਇਸ ਦਿੱਤੀ ਇਕੁਏਸ਼ਨ ਵਿੱਚ ਇੰਡੀਪੈਂਡੈਂਟ ਵੇਰੀਏਬਲ z x ਇੰਡੀਪੈਂਡੈਂਟ ਵੇਰੀਏਬਲ z ਨਾਲ ਬਦਲ ਜਾਵੇਗਾ, ਸਬਸਟੀਟਿਊਟ ਹੋ ਜਾਵੇਗਾ। ਇਸ ਰਿਲੇਸ਼ਨ ਦੁਆਰਾ x e ਪਾਵਰ z ਦੇ ਇਕੁਅਲ ਹੈ। ਇਹ ਇੱਕ ਟਰਿਕ ਹੈ ਅਤੇ ਇਹ ਟਰਿਕ ਕੀ ਕਰੇਗੀ, ਅਖੀਰ ਵਿੱਚ ਇਹ ਇਸ ਦਿੱਤੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਕੋਨਸਟੈਂਟ ਕੋਫੀਸ਼ੀਐਂਟ ਵਾਲੀ ਲੀਨੀਅਰ ਇਕੁਏਸ਼ਨ ਵਿੱਚ ਕਨਵਰਟ ਕਰ ਦੇਵੇਗੀ। ਇਸ ਲਈ ਇਸ ਸਬਸਟੀਟਿਊਸ਼ਨ ਪਿੱਛੇ ਇਹੀ ਆਈਡੀਆ ਹੈ। ਇਸ ਲਈ ਜਦੋਂ ਅਸੀਂ ਇੱਕ ਵਾਰ ਇਸ ਨੂੰ ਕਰ ਲੈਂਦੇ ਹਾਂ ਜਾਂ ਅਸੀਂ ਇਸ ਨੂੰ ਇਸ ਤਰ੍ਹਾਂ ਦੁਬਾਰਾ ਲਿਖ ਸਕਦੇ ਹਾਂ z ln x ਅਤੇ ਇਸ ਨਾਲ ਸਾਨੂੰ dz dx ਮਿਲੇਗਾ ਕਿਉਂਕਿ ਇਸ ਦੀ ਜ਼ਰੂਰਤ ਹੋਵੇਗੀ ਜਦੋਂ ਅਸੀਂ ਇਹਨਾਂ ਸਾਰੀਆਂ ਡੈਰੀਵੇਟਿਵਸ ਟਰਮਜ਼ ਨੂੰ z ਦੀ ਫਾਰਮ ਵਿੱਚ ਸਬਸਟੀਟਿਊਟ ਕਰਾਂਗੇ। ਤਾਂ ਇਹ dz dx 1/x ਹੋਵੇਗਾ। ਇਸ ਲਈ ਇਹ ਇੱਕ ਡੈਰੀਵੇਟਿਵ ਹੈ ਜਿਸ ਦੀ ਹੁਣ ਜ਼ਰੂਰਤ ਹੈ ਤਾਂ ਕਿ dx ਨੂੰ dy dz ਫਾਰਮ ਵਿੱਚ ਬਦਲਿਆ ਜਾ ਸਕੇ। ਤਾਂ ਹੁਣ ਇਹ ਪਹਿਲਾ ਬਦਲਾਅ ਹੈ ਕਿਉਂਕਿ ਸਾਨੂੰ ਇਹਨਾਂ ਸਾਰੇ ਡੈਰੀਵੇਟਿਵਸ ਟਰਮਜ਼ ਨੂੰ z ਫਾਰਮ ਵਿੱਚ ਬਦਲਣ ਦੀ ਲੋੜ ਹੈ। ਇਸ ਲਈ ਇਹ dy dx ਇਸ ਚੇਨ ਰੂਲ ਜ਼ਰੀਏ ਤਾਂ ਸਾਡੇ ਕੋਲ dy dz ਅਤੇ dz dx ਹੈ। ਇਸ ਲਈ dy dz ਅਸੀਂ ਹੁਣ ਇਕੁਏਸ਼ਨ ਵਿੱਚ ਲੈਣਾ ਚਾਹਾਂਗੇ ਅਤੇ dz dx 1/x ਹੈ। ਇਸ ਲਈ ਅਸੀਂ ਇਸ dz dx ਨੂੰ 1/x ਨਾਲ ਬਦਲ ਸਕਦੇ ਹਾਂ। ਸਾਡੇ ਕੋਲ ਇੱਥੇ ਇੱਕ ਹੈ 1/x dy dz ਹੈ ਜਿਸ ਨੂੰ ਅਸੀਂ ਲਿਖ ਸਕਦੇ ਹਾਂ ਜੇ ਅਸੀਂ ਇਸ x ਨੂੰ ਪੂਰੀ ਇਕੁਏਸ਼ਨ ਨਾਲ ਮਲਟੀਪਲਾਈ ਕਰੀਏ ਤਾਂ ਸਾਨੂੰ ਕੀ ਮਿਲ ਰਿਹਾ ਹੈ, x ਟਾਈਮਸ dy dx dy dz ਦੇ ਇਕੁਅਲ ਹੈ ਅਤੇ ਇੱਥੇ ਨਿਸ਼ਚਿਤ ਪੁਆਇੰਟ ਹੈ ਕਿਉਂਕਿ ਸਾਡੀ ਇਕੁਏਸ਼ਨ ਵਿੱਚ ਇੱਥੇ ਡੈਰੀਵੇਟਿਵ ਦਾ ਆਰਡਰ ਹੈ ਇਹ n-1 ਆਰਡਰ ਡੈਰੀਵੇਟਿਵ। ਫਿਰ ਸਾਡੇ ਕੋਲ x ਪਾਵਰ n-1 ਟਰਮ ਇੱਥੇ ਹੈ। ਇੱਥੇ ਜਦੋਂ nth ਆਰਡਰ ਡੈਰੀਵੇਟਿਵ ਸਾਡੇ ਕੋਲ x ਪਾਵਰ n ਟਰਮ ਹੈ। ਇਸ ਲਈ ਇੱਥੇ ਫਸਟ ਆਰਡਰ ਡੈਰੀਵੇਟਿਵ x ਦੇ ਨਾਲ ਅਤੇ ਫਸਟ ਆਰਡਰ ਡੈਰੀਵੇਟਿਵ ਹੋਰ ਕੋਈ ਨਹੀਂ ਬਲਕਿ z ਦੇ ਸੰਬੰਧ ਵਿੱਚ ਇਸ y ਦਾ ਫਸਟ ਆਰਡਰ ਡੈਰੀਵੇਟਿਵ ਹੈ। ਇਸ ਲਈ ਜੇਕਰ ਅਸੀਂ ਇੱਥੇ ਇਸ d ਨੂੰ d/dx ਵਜੋਂ ਦਰਸਾਉਂਦੇ ਹਾਂ ਇਹ ਹੈ ਡਿਫਰੈਂਸ਼ੀਅਲ ਆਪਰੇਟਰ। ਫਿਰ ਕੀ ਹੋਵੇਗਾ ਕਿ ਇਹ x d ਇੱਥੇ x d ਨੂੰ ਸੈਕਿੰਡ ਨਾਲ ਬਦਲ ਦਿੱਤਾ ਜਾਵੇਗਾ। ਪਹਿਲਾਂ ਮੈਨੂੰ ਇੱਥੇ ਇਸ d1 ਬਾਰੇ ਦੱਸਣ ਦਿਓ ਜੋ ਕਿ ਆਪਰੇਟਰ d/dz ਹੈ। ਇਸ ਲਈ ਇਹ ਦੋ ਆਪਰੇਟਰ ਹੋਣ ਨਾਲ ਇੱਥੇ ਨੋਟੇਸ਼ਨਸ d1 d/dz ਲਈ ਵਰਤੀ ਜਾਵੇਗੀ ਅਤੇ d ਸਟੈਂਡਰਡ ਨੋਟੇਸ਼ਨ ਜੋ ਮੈਂ ਪਹਿਲਾਂ ਦੇ ਲੈਕਚਰਸ ਤੋਂ ਉਪਯੋਗ ਕਰ ਰਿਹਾ ਹਾਂ ਜੋ ਕਿ d/dx ਹੈ। ਇਸ ਲਈ ਉਸ ਕੇਸ ਵਿੱਚ ਇਹ x d/dx ਕਿਉਂਕਿ ਇਹ ਇਕੁਏਸ਼ਨ ਹੁਣ ਇਹ ਸੁਝਾਅ ਦਿੰਦੀ ਹੈ ਕਿ ਸਾਡੇ ਹੁਣ ਇਹ x d ਆਪਰੇਟਡ ਔਨ y is equal to d1 ਆਪਰੇਟਡ ਔਨ y। ਇਸ ਲਈ ਇਸ ਇਕੁਏਸ਼ਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ x d ਆਪਰੇਟਰ is equal to d1 ਆਪਰੇਟਰ ਜੋ ਇੱਥੇ ਲਿਖਿਆ ਹੈ ਕਿ x d equal to d1 ਜੋ ਚਾਹੇ ਅਸੀਂ x d ਆਪਰੇਟ ਕਰੀਏ ਜਾਂ d1 ਆਪਰੇਟ ਕਰੀਏ ਇੱਥੇ ਦੋਨੋਂ ਸਮਾਨ ਹਨ। ਇਸ ਨਾਲ ਅਸਲ ਵਿੱਚ
ਇੱਥੇ ਇਸ ਇਕੁਏਸ਼ਨ ਨੂੰ ਕੌਨਸਟੈਂਟ ਕੋਐਫੀਸ਼ੀਐਂਟਸ ਵਿੱਚ ਬਦਲਣ ਵਿੱਚ ਮਦਦ ਕਰੇਗਾ, ਕਿਉਂਕਿ ਇਹ ਸਾਰੇ xd ਅਤੇ x² ਜੋ ਅਸੀਂ ਹੁਣ ਦੇਖਾਂਗੇ, ਇਹ ਵੀ d1 ਫਾਰਮ ਵਿੱਚ ਕਨਵਰਟ ਹੋ ਜਾਵੇਗਾ ਅਤੇ ਇਸ ਨਵੇਂ ਇੰਡੀਪੈਂਡੈਂਟ ਵੇਰੀਏਬਲ z ਦੀ ਮੌਜੂਦਗੀ ਤੋਂ ਬਿਨਾਂ। ਇਸ ਲਈ ਅਸੀਂ ਪੂਰੀ ਇਕੁਏਸ਼ਨ ਨੂੰ ਇਸ ਕੌਨਸਟੈਂਟ ਕੋਐਫੀਸ਼ੀਐਂਟ ਇਕੁਏਸ਼ਨ ਵਿੱਚ ਕਨਵਰਟ ਕਰਾਂਗੇ। ਇਸ ਲਈ ਹੁਣ ਸੈਕਿੰਡ ਆਰਡਰ ਟਰਮ ਤੇ ਵਾਪਸ ਆਉਂਦੇ ਹਾਂ ਜਦੋਂ ਇਸ ਨੂੰ z ਇੰਡੀਪੈਂਡੈਂਟ ਵੇਰੀਏਬਲ ਵਿੱਚ ਕਨਵਰਟ ਕੀਤਾ ਜਾਵੇਗਾ। ਤਾਂ ਇਹ ਕਿਸ ਤਰ੍ਹਾਂ ਦੀ ਲੱਗੇਗੀ? ਤਾਂ d2y/dx ਦਾ ਮਤਲਬ ਹੈ d/dx ਆਫ 1x dy dz ਟਰਮ, ਕਿਉਂਕਿ ਇਹ dyx ਟਰਮ ਸੀ, ਇਸ ਲਈ d ਆਫ dx ਆਫ dy/dx ਅਤੇ dy/dx 1/x dy dz ਸੀ। ਤਾਂ ਅਸੀਂ ਇੱਥੇ ਇਸ ਪ੍ਰੋਡਕਟ ਰੂਲ ਦੀ ਵਰਤੋਂ ਕਰ ਸਕਦੇ ਹਾਂ, ਇਸ ਲਈ 1/x ਡੈਰੀਵੇਟਿਵ -1/x² ਹੋਵੇਗਾ ਅਤੇ ਫਿਰ ਇਹ dy/dz ਇਸੇ ਤਰ੍ਹਾਂ ਰਹੇਗਾ ਪਲੱਸ ਇਹ 1/x ਵੀ। ਹੁਣ ਅਸੀਂ ਇਸ 1 ਨੂੰ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਾਂਗੇ, ਇਸ ਨਾਲ ਇਹ d/dx ਆਫ dy/dz। ਤਾਂ ਇਹ ਆਪਰੇਸ਼ਨ ਇੱਥੇ ਇਸ ਤਰ੍ਹਾਂ ਹੋਵੇਗਾ -1/x² dy/dz ਅਤੇ 1/x ਇਸ ਤਰ੍ਹਾਂ ਹੀ ਰਹੇਗਾ, ਤਾਂ ਇਸ ਕਰਕੇ ਇਹ ਸਕੁਏਅਰ ਆਵੇਗਾ ਇੱਥੇ। ਹੁਣ d/dx ਆਫ dy/dx ਇੱਥੇ ਇਹ ਆਪਰੇਸ਼ਨ ਹੋਵੇਗਾ d2y/dz2 ਅਤੇ dz/dx। ਜਿਵੇਂ ਕਿ ਇਸ ਕੇਸ ਵਿੱਚ ਅਸੀਂ ਪਹਿਲਾਂ ਵੀ ਕੀਤਾ ਸੀ ਜਦੋਂ ਅਸੀਂ ਇੱਥੇ ਡੈਰੀਵੇਟਿਵ ਲੈਂਦੇ ਹਾਂ dy/dx dz/dx, ਇਸ ਲਈ ਇੱਥੇ ਵੀ, ਤਾਂ ਕਿ ਇਸ dy/dz ਦਾ ਡੈਰੀਵੇਟਿਵ z ਦੇ ਸੰਬੰਧ ਵਿੱਚ ਹੋਵੇ ਅਤੇ ਫਿਰ dz/dx ਅਤੇ dz/dx ਹੋਰ ਕੋਈ ਨਹੀਂ ਬਲਕਿ ਇਹ 1/x ਹੈ। ਇਸ ਲਈ ਇੱਥੇ ਇਸ ਦਾ ਨਤੀਜਾ ਇਹ ਹੋਵੇਗਾ 1/x ਇਨਟੂ d2y/dz²। ਇਸ ਲਈ ਅਸੀਂ ਇਸ ਸਾਨੂੰ ਇਹ 1/x² ਅਤੇ d2y/dz² ਮਿਲਿਆ ਹੈ। ਤਾਂ ਸਾਨੂੰ ਇੱਥੇ ਕੀ ਪ੍ਰਾਪਤ ਹੋ ਰਿਹਾ ਹੈ? ਇਹ x² ਹੈ ਜਦੋਂ ਅਸੀਂ ਇਸ x² ਨੂੰ ਹਰੇਕ ਟਰਮ ਨਾਲ ਮਲਟੀਪਲਾਈ ਕਰਦੇ ਹਾਂ ਜਿੱਥੇ ਸਾਨੂੰ x² d2y/dx² ਰਾਈਟ ਹੈਂਡ ਸਾਈਡ ਫਿਰ d2y/dz² ਮਾਈਨਸ dy/dz ਹੋਵੇਗਾ। ਅਤੇ ਹੁਣ ਜੇ ਅਸੀਂ ਇਸ ਆਪਰੇਟਰ ਫਾਰਮ ਵਿੱਚ ਲਿਖੀਏ ਤਾਂ ਸਾਡੇ ਕੋਲ x² d² ਟਰਮ ਹੈ ਅਤੇ ਫਿਰ ਇੱਥੇ d1² ਅਤੇ ਫਿਰ ਇੱਥੋਂ ਮਾਈਨਸ d1 x² d² d1² ਦੇ ਇਕੁਅਲ ਹੈ ਅਤੇ ਇੱਥੋਂ ਅਤੇ d1 ਇੱਥੋਂ, ਜਿਸ ਨੂੰ ਅਸੀਂ ਦੁਬਾਰਾ ਲਿਖ ਸਕਦੇ ਹਾਂ। ਇਸ ਟਰਮ ਨੂੰ d1 ਇਨਟੂ d1 -1 ਲਿਖਿਆ ਜਾਵੇਗਾ, ਇਸ ਲਈ ਜਦੋਂ ਸਾਡੇ ਕੋਲ x² d² ਹੈ, ਇਹ d1 -1 ਵਿੱਚ ਕਨਵਰਟ ਕੀਤਾ ਜਾਂਦਾ ਹੈ। ਜਦੋਂ ਸਾਡੇ ਕੋਲ xd ਹੈ ਤਾਂ ਇਹ d1 ਵਿੱਚ ਕਨਵਰਟ ਕੀਤਾ ਜਾਂਦਾ ਹੈ। ਅਤੇ ਜੇ ਤੁਸੀਂ ਇਸ ਪ੍ਰਕਿਰਿਆ ਨੂੰ ਜਾਰੀ ਰੱਖੋਗੇ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ? ਇਸ ਲਈ ਜਨਰਲ ਫਾਰਮ ਵਿੱਚ ਅਸੀਂ ਹੁਣ ਇਹ ਆਪਰੇਟਰ ਲਿਖ ਸਕਦੇ ਹਾਂ ਇੱਥੇ d1 d ਇੰਪਲਾਈਜ਼ d/dx ਅਤੇ d1 d/dz। ਇਸ ਲਈ ਇਹ x² d² ਹੈ। ਅਸੀਂ ਦੇਖ ਚੁੱਕੇ ਹਾਂ ਕਿ d1 -1 ਜਦੋਂ ਅਸੀਂ x³ d³ ਨੂੰ ਕੰਪਿਊਟ ਕਰਦੇ ਹਾਂ ਤਾਂ ਸਾਨੂੰ ਕੀ ਮਿਲੇਗਾ? d1 -1 ਅਤੇ d1 -2 ਨਾਲ ਮਲਟੀਪਲਾਈ ਕੀਤਾ ਜਾਵੇਗਾ। ਜੇ ਤੁਸੀਂ ਆਮ ਤੌਰ ਤੇ ਇਸ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ? x ਪਾਵਰ n dn d1 -1 d1 -2 ਅਤੇ ਇਹ d1 ਤੱਕ ਜਾਵੇਗਾ ਅਤੇ ਇੱਥੇ n -1 ਹੈ। ਜਦੋਂ ਸਾਡੇ ਕੋਲ ਪਾਵਰ 3 ਹੈ ਤਾਂ ਸਾਨੂੰ ਇੱਥੇ 2 ਤੱਕ ਮਿਲਣਗੇ। ਸਾਡੇ ਕੋਲ ਪਾਵਰ n ਹੈ, ਅਸੀਂ n-1 ਤੱਕ ਜਾਵਾਂਗੇ। ਇਸ ਲਈ ਇਹ d1 n-1 ਹੈ ਜੋ ਇੱਥੇ ਲਿਖਿਆ ਹੈ -n+1। ਇਸ ਲਈ ਇਹ ਜਨਰਲ ਫਾਰਮ ਹਨ ਅਤੇ ਸਾਨੂੰ ਪਹਿਲਾਂ ਹੀ ਯਾਦ ਹੈ ਕਿ ਇਹ xd d1 ਸੀ ਤਾਂ ਸਾਡੇ ਕੋਲ xd d1 ਦੇ ਇਕੁਅਲ ਹੈ x² d² d1 d1 -1 x 3d3 d1 d1 ਅਤੇ d1 2। ਇਸ ਲਈ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ d ਆਪਰੇਟਰ ਇਸ d1 ਆਪਰੇਟਰ ਵਿੱਚ ਕਿਵੇਂ ਬਦਲੇਗਾ d1 ਜੋ z ਦੇ ਸੰਬੰਧ ਵਿੱਚ ਹੈ ਜਿੱਥੇ d x ਦੇ ਸੰਬੰਧ ਵਿੱਚ ਹੈ, ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਸਾਡੀ ਓਰੀਜਨਲ ਇਕੁਏਸ਼ਨ ਕੌਨਸਟੈਂਟ ਕੋਐਫੀਸ਼ੀਐਂਟ ਵਾਲੀ ਇਸ ਲੀਨੀਅਰ ਇਕੁਏਸ਼ਨ ਵਿੱਚ ਕਨਵਰਟ ਹੋ ਜਾਵੇਗੀ। ਮਤਲਬ ਜੇ ਸਾਡੇ ਕੋਲ ਇਹ f dy ਉਸ ਸਬਸਟੀਟਿਊਸ਼ਨ ਦੇ ਨਾਲ x ਇਕੁਏਸ਼ਨ ਦੇ ਇਕੁਅਲ ਹੈ, ਸਾਨੂੰ ਇਹ d1/z ਦੇ ਇਕੁਅਲ ਜਾਂ ਫੰਕਸ਼ਨ ਪ੍ਰਾਪਤ ਹੋਵੇਗਾ ਅਤੇ ਇਹ g d1 ਇਸ z ਤੋਂ
ਫਰੀ ਹੋਵੇਗਾ, ਜਿਸ ਦਾ ਅਰਥ ਹੈ ਕਿ ਕੇਵਲ ਇਸ ਇਕੁਏਸ਼ਨ ਵਿੱਚ ਕੋਨਸਟੈਂਟ ਕੋਐਫੀਸ਼ੀਐਂਟਸ ਹੋਣਗੇ ਅਤੇ ਸਾਨੂੰ ਪਤਾ ਹੈ ਕਿ ਕੋਨਸਟੈਂਟ ਕੋਐਫੀਸ਼ੀਐਂਟ ਵਾਲੇ ਪ੍ਰਸ਼ਨ ਨੂੰ ਕਿਵੇਂ ਹੱਲ ਕਰਨਾ ਹੈ। ਇਸ ਲਈ ਆਓ ਇਹ ਆਈਡੀਆ ਪੇਸ਼ ਕਰਨ ਲਈ ਇਹ ਉਦਾਹਰਣ ਦੇਖਦੇ ਹਾਂ। ਸਾਡੇ ਕੋਲ ਜਨਰਲ ਸੋਲਿਊਸ਼ਨ ਹੈ। ਅਸੀਂ ਇਸ x ਸਕੁਏਅਰ d ਸਕੁਏਅਰ ਮਾਈਨਸ xd ਪਲੱਸ 2 ਬਾਏ ਇਜ਼ ਇਕੁਅਲ ਟੂ ਇਸ ln x ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਹ ਸਬਸਟੀਟਿਊਸ਼ਨ ਕਰਦੇ ਹਾਂ x e ਪਾਵਰ z ਦੇ ਇਕੁਅਲ ਹੈ ਜਾਂ z x ਦੇ ਲੋਗਰਿਦਮਿਕ ਦੇ ਇਕੁਅਲ ਹੈ। ਫਿਰ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਜੇ ਸਾਡੇ ਕੋਲ ਇਹ d1 ਜੋ d ਓਵਰ dz ਹੈ ਤਾਂ ਇੱਥੇ ਸਾਡੀ ਇਹ ਇਕੁਏਸ਼ਨ ਕਨਵਰਟ ਹੋ ਜਾਵੇਗੀ ਕਿਉਂਕਿ ਇਹ x ਸਕੁਏਅਰ d ਸਕੁਏਅਰ ਟਰਮਜ਼ ਹੈ। ਇਸ ਲਈ x ਸਕੁਏਅਰ d ਸਕੁਏਅਰ ਟਰਮ ਨੂੰ d1 1 ਟਰਮ ਲਿਆ ਜਾਵੇਗਾ xd ਟਰਮ ਜਿਸ ਨੂੰ ਅਸੀਂ d1 ਨਾਲ ਬਦਲ ਦੇਵਾਂਗੇ ਅਤੇ ਪਲੱਸ 2 ਆਪਰੇਟਡ ਔਨ y ਇਜ਼ ਇਕੁਅਲ ਟੂ ਇੱਥੇ e ਪਾਵਰ z ਹੈ। x ਇੱਥੇ e ਪਾਵਰ z ਹੈ, ਇਸ ਲਈ ਇਹ ਇੱਥੇ ਦਿੱਤਾ ਗਿਆ ਹੈ। ਅਤੇ ਫਿਰ ln x, ਇਸ ਲਈ ਇੱਥੋਂ ਸਾਡੇ ਕੋਲ ਕੀ ਹੈ? ਸਾਡੇ ਕੋਲ ln x ਜੋ ਕਿ z ਦੇ ਇਕੁਅਲ ਹੈ। ਇਸ ਲਈ ਇਹ ln x ਨੂੰ z ਨਾਲ ਬਦਲ ਦਿੱਤਾ ਜਾਵੇਗਾ ਅਤੇ ਇਹ x e ਪਾਵਰ z ਨਾਲ ਬਦਲ ਜਾਵੇਗਾ ਤਾਂ ਇਹ ਇੱਥੇ ਰਾਈਟ ਹੈਂਡ ਸਾਈਡ ਹੋਵੇਗਾ z ਇਨਟੂ e ਪਾਵਰ z ਅਤੇ ਇਹ ਆਪਰੇਟਰ ਇੱਥੇ x ਸਕੁਏਅਰ d ਸਕੁਏਅਰ ਦੇ ਨਾਲ ਹੈ। ਸਾਡੇ ਕੋਲ ਹੁਣ ਨਵਾਂ ਆਪਰੇਟਰ d1 ਮਾਈਨਸ 1 ਹੈ ਅਤੇ ਇਸ xd ਨਾਲ ਸਾਡੇ ਕੋਲ ਇਹ d1 ਅਤੇ ਪਲੱਸ 2 ਹੈ। ਇਸ ਲਈ ਸਾਡੀ ਨਵੀਂ ਇਕੁਏਸ਼ਨ ਜੋ ਹੁਣ z ਟਰਮਜ਼ ਵਿੱਚ ਇੱਥੇ ਦਿੱਤੀ ਗਈ ਹੈ ਅਤੇ ਹੁਣ ਅਸੀਂ ਇਸ ਨੂੰ ਆਸਾਨ ਬਣਾ ਸਕਦੇ ਹਾਂ। ਇਸ ਲਈ ਇਹ d1 ਸਕੁਏਅਰ ਮਾਈਨਸ d1 ਅਤੇ ਇਹ ਮਾਈਨਸ d1, ਇਸ ਲਈ ਮਾਈਨਸ 2 ਟਾਈਮਜ਼ d1 ਅਤੇ ਇਹ ਪਲੱਸ 2 ਆਪਰੇਟਡ ਔਨ y ਅਤੇ ਇਹ ਸਾਨੂੰ z ਇਨਟੂ e ਪਾਵਰ z ਦਿੰਦਾ ਹੈ। ਇਸੇ ਇਕੁਏਸ਼ਨ ਹੁਣ ਕੋਨਸਟੈਂਟ ਕੋਐਫੀਸ਼ੀਐਂਟਸ ਦੇ ਨਾਲ ਹੈ। ਇਸ ਲਈ ਜੇ ਅਸੀਂ ਇੱਥੇ ਕੋਐਫੀਸ਼ੀਐਂਟਸ ਨੂੰ ਦੇਖੀਏ, ਇਹ ਇੱਥੇ 1 2 ਇਹ 2 ਹੈ। ਇਸ ਲਈ ਇੱਥੇ ਸਾਰੇ ਕੋਐਫੀਸ਼ੀਐਂਟਸ ਕੋਨਸਟੈਂਟ ਹਨ ਜਦੋਂ ਕਿ ਇਹ ਅਸਲ ਪ੍ਰਸ਼ਨ ਵਿੱਚ ਕੋਐਫੀਸ਼ੀਐਂਟ ਕੋਨਸਟੈਂਟ ਨਹੀਂ ਸਨ। ਤਾਂ ਇਸ ਅਜਿਹੇ ਬਦਲਾਅ ਦਾ ਇਹੀ ਫਾਇਦਾ ਹੈ ਕਿ ਇਹ ਇਕੁਏਸ਼ਨ ਹੁਣ ਕੋਨਸਟੈਂਟ ਕੋਐਫੀਸ਼ੀਐਂਟਸ ਵਾਲੇ ਪ੍ਰਸ਼ਨ ਵਿੱਚ ਘੱਟ ਹੋ ਗਈ ਹੈ, ਜਿਸ ਨੂੰ ਹੱਲ ਕਰਨਾ ਹੁਣ ਸੌਖਾ ਹੈ। ਇਸ ਲਈ ਇਸ ਇਕੁਏਸ਼ਨ ਲਈ ਕੰਪਲੀਮੈਂਟਰੀ ਫੰਕਸ਼ਨ ਕਿਉਂਕਿ ਸਾਨੂੰ ਔਗਜ਼ਿਲਰੀ ਇਕੁਏਸ਼ਨ ਲਿਖਣ ਦੀ ਲੋੜ ਹੈ ਜੋ m ਸਕੁਏਅਰ ਮਾਈਨਸ 2m ਅਤੇ ਪਲੱਸ 2 ਜੋ 0 ਦੇ ਇਕੁਅਲ ਹੈ, ਤਾਂ ਸਾਡੇ ਕੋਲ ਇੱਥੇ ਇਹ ਇਕੁਏਸ਼ਨ ਹੈ। ਇਸ ਲਈ ਰੂਟਸ ਮਾਈਨਸ ਪਲੱਸ ਮਾਈਨਸ ਜੋ ਰੂਟ b ਸਕੁਏਅਰ ਮਾਈਨਸ 4ac ਵਿੱਚ ਹੋਣਗੇ ਅਤੇ ਡਿਵਾਈਡਡ ਬਾਏ 2 ਟਾਈਮਸ ਇਹ ਹਨ। ਇਸ ਲਈ ਸਾਡੇ ਕੋਲ 2 ਪਲੱਸ ਮਾਈਨਸ ਹੈ ਇਹ 4 ਮਾਈਨਸ 8 ਤਾਂ ਮਾਈਨਸ 4 ਡਿਵਾਈਡਡ ਬਾਏ 2। ਇਸ ਲਈ ਸਾਡੇ ਕੋਲ 1 ਪਲੱਸ ਮਾਈਨਸ ਇਹ 2i ਹੋਵੇਗਾ, 2 ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ 1 ਪਲੱਸ ਮਾਈਨਸ i। ਇਸ ਲਈ ਔਗਜ਼ਿਲਰੀ ਇਕੁਏਸ਼ਨ ਦੇ ਰੂਟਸ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਅਨੁਸਾਰੀ ਹੈ। ਸਾਡੇ ਕੋਲ 1 ਪਲੱਸ ਮਾਈਨਸ i ਹੈ ਅਤੇ ਸਾਨੂੰ ਪਤਾ ਹੈ ਕਿ ਸੋਲਿਊਸ਼ਨ ਨੂੰ ਕਿਵੇਂ ਲਿਖਣਾ ਹੈ ਤਾਂ ਇਹ ਹੋਵੇਗਾ e ਪਾਵਰ ਅਤੇ ਹੁਣ ਨੋਟ x ਸਾਡਾ ਇੰਡੀਪੈਂਡੈਂਟ ਵੇਰੀਏਬਲ z ਹੈ, ਇਹ e ਪਾਵਰ z ਹੋਵੇਗਾ ਅਤੇ ਫਿਰ c1 cos z ਪਲੱਸ c2 sin z e ਪਾਵਰ z c1 cos z ਅਤੇ ਪਲੱਸ ਇਹ c2 sin z ਜੋ ਇਸ ਇਕੁਏਸ਼ਨ ਦਾ ਕੰਪਲੀਮੈਂਟਰੀ ਫੰਕਸ਼ਨ ਹੈ ਜਾਂ ਫਿਰ ਇਸ ਤਰ੍ਹਾਂ ਕਹੀਏ ਕਿ ਹੋਮੋਜੀਨੀਅਸ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੈ, ਮਤਲਬ ਕਿ ਰਾਈਟ ਹੈਂਡ ਸਾਈਡ 0 ਤੇ ਸੈੱਟ ਹੈ। ਇੱਥੇ ਇਹ ਕੰਪਲੀਮੈਂਟਰੀ ਫੰਕਸ਼ਨ ਸਾਨੂੰ ਓਰੀਜਨਲ ਵੇਰੀਏਬਲਸ ਤੇ ਵਾਪਸ ਲਿਖਣਾ ਪਵੇਗਾ। ਇਸ ਲਈ ਇੱਥੇ e ਪਾਵਰ z ਨੂੰ x c1 cos ਨਾਲ ਬਦਲ ਦਿੱਤਾ ਜਾਵੇਗਾ, z ਜੋ x ਦਾ ਲੋਗਰਿਦਮਿਕ ਹੈ, ਇਸ ਲਈ cos ਆਫ ln x ਪਲੱਸ c2 sin ਆਫ ln x ਅਤੇ pi ਪਾਰਟਿਕੂਲਰ ਇੰਟੀਗਰਲ 1 ਓਵਰ ਇਹ d1 ਸਕੁਏਅਰ ਮਾਈਨਸ 2 d1 ਪਲੱਸ 2 ਹੋਵੇਗਾ। ਇਸ z e ਪਾਵਰ z ਤੇ ਇਹ ਪਾਰਟਿਕੂਲਰ ਇੰਟੀਗਰਲ ਸਾਨੂੰ ਹੁਣ ਇਸ ਨਤੀਜੇ ਤੇ ਪਹੁੰਚਾ ਦੇਵੇਗਾ, ਕਿਉਂਕਿ z e ਪਾਵਰ z ਫਾਰਮੂਲਾ ਜਿਸ ਬਾਰੇ ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, z ਇਨਟੂ e ਪਾਵਰ z ਇਨਟੂ z ਦਾ ਕੋਈ ਫੰਕਸ਼ਨ, ਇਸ ਲਈ ਇਹ e ਪਾਵਰ z ਅਸੀਂ ਲੈ ਸਕਦੇ ਹਾਂ, ਅਸੀਂ ਲੈਫਟ ਹੈਂਡ ਸਾਈਡ ਲਿਆ ਸਕਦੇ ਹਾਂ ਅਤੇ ਫਿਰ ਨਤੀਜੇ ਵਜੋਂ ਇਹ d1 ਇਸ d1 ਪਲੱਸ 1 ਨਾਲ ਬਦਲ ਦਿੱਤਾ ਜਾਵੇਗਾ ਅਤੇ ਅਸੀਂ ਇੱਥੇ ਇਹੀ ਕੀਤਾ ਹੈ। e ਪਾਵਰ z ਨੂੰ ਅਸੀਂ ਇਸ ਆਪਰੇਟਰ ਵਿੱਚੋਂ ਲਿਆ ਹੈ ਅਤੇ ਇਸ d1 ਨੂੰ d1 ਪਲੱਸ 1 d1 ਪਲੱਸ ਨਾਲ ਬਦਲ ਦਿੱਤਾ ਜਾਵੇਗਾ। ਇਸ ਲਈ ਇਹ ਡਾਇਰੈਕਟ ਫਾਰਮੂਲਾ ਸੀ ਜਿਸ ਬਾਰੇ ਅਸੀਂ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਚਰਚਾ ਕੀਤੀ ਸੀ ਅਤੇ ਹੁਣ ਸਾਨੂੰ ਇਸ ਨੂੰ ਇੱਥੇ z
ਉੱਤੇ ਅਪਲਾਈ ਕਰਨ ਦੀ ਲੋੜ ਹੈ। ਇਸ ਲਈ ਆਓ ਪਹਿਲਾਂ ਇਸ ਨੂੰ ਆਸਾਨ ਬਣਾਉਂਦੇ ਹਾਂ ਤਾਂ d1 ਸਕੁਏਅਰ ਹੈ। ਅਤੇ ਫਿਰ ਸਾਨੂੰ ਇੱਥੇ ਇਹ ਪ੍ਰਾਪਤ ਹੋਵੇਗਾ 2d1 ਅਤੇ ਸਾਡੇ ਕੋਲ -2d1 ਜੋ ਕੈਂਸਲ ਹੋ ਜਾਵੇਗਾ। ਇੱਥੇ ਸਾਡੇ ਕੋਲ 1 ਅਤੇ 2 ਹਨ, ਇਸ ਲਈ 3 ਅਤੇ -2 ਉੱਥੇ +1 ਹੋਵੇਗਾ ਤਾਂ d1 ਸਕੁਏਅਰ ਹੈ ਅਤੇ +1 ਇਸ z ਤੇ ਆਪਰੇਟਡ ਹੈ e ਪਾਵਰ z। ਅਤੇ ਫਿਰ ਅਸੀਂ ਇਸ -1 ਨਾਲ ਨਿਊਮਰੇਟਰ ਵਿੱਚ ਲਿਆ ਸਕਦੇ ਹਾਂ, ਜਿਸ ਨੂੰ ਹੁਣ ਅਸੀਂ ਐਕਸਪੈਂਡ ਕਰ ਸਕਦੇ ਹਾਂ। ਅਤੇ ਫਿਰ ਅਸੀਂ z ਤੇ ਇਸ ਆਪਰੇਟਰ ਨੂੰ ਲਾਗੂ ਕਰ ਸਕਦੇ ਹਾਂ, ਇਸ ਲਈ ਇੱਥੇ z ਦੀ ਪਾਵਰ 1 ਹੈ। ਸਾਨੂੰ ਬਹੁਤ ਸਾਰੀਆਂ ਟਰਮਜ਼ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ d1 ਜਦੋਂ ਅਸੀਂ ਇਸ ਨੂੰ ਇੱਥੇ ਐਕਸਪੈਂਡ ਕਰਦੇ ਹਾਂ ਤਾਂ ਸਾਨੂੰ 1 d1 ਸਕੁਏਅਰ ਪ੍ਰਾਪਤ ਹੋਵੇਗਾ ਅਤੇ ਪਲੱਸ ਉਹ ਹਾਇਰ ਆਰਡਰ ਟਰਮਜ਼। ਸੱਚਮੁੱਚ ਇਹ d1 2 ਟਾਈਮਜ਼ ਜਦੋਂ ਅਸੀਂ z ਉੱਤੇ ਅਪਲਾਈ ਕਰਦੇ ਹਾਂ ਤਾਂ ਇਸ ਨੂੰ 0 ਤੇ ਸੈੱਟ ਕਰੇਗਾ ਅਤੇ ਹਾਇਰ ਆਰਡਰ ਟਰਮ ਇਸ z ਨੂੰ 0 ਤੇ ਕਰੇਗੀ। ਇਸ ਲਈ ਸਾਨੂੰ ਇਸ ਆਪਰੇਸ਼ਨ ਦੇ ਨਤੀਜੇ ਵਜੋਂ ਮੁੱਖ ਤੌਰ ਤੇ ਇਹ z ਹੀ ਮਿਲੇਗਾ। ਇਸ ਲਈ ਇਹ ਇੱਥੇ ਕੇਵਲ z ਹੈ ਅਤੇ e ਪਾਵਰ z ਤਾਂ ਇਹੀ ਜਵਾਬ ਹੈ ਕਿ ਕੌਨਸਟੈਂਟ ਕੋਫੀਸ਼ੀਐਂਟਡ ਦੇ ਨਾਲ ਇਸ ਇਕੁਏਸ਼ਨ ਨਾਲ ਇੱਕ ਪਾਰਟਿਕਿਊਲਰ ਇੰਟੀਗਰਲ ਹੈ। ਇਸ ਲਈ ਸਾਨੂੰ ਹੁਣ ਜੋ ਇਹ ਪਾਰਟਿਕਿਊਲਰ ਇੰਟੀਗਰਲ ਪ੍ਰਾਪਤ ਹੋ ਰਿਹਾ ਹੈ ਸਾਨੂੰ ਦੁਬਾਰਾ x ਫੋਰਮ ਵਿੱਚ ਲਿਖਣਾ ਪਵੇਗਾ। ਅਤੇ ਇਹ e ਪਾਵਰ z xc ਅਤੇ ਇਹ z ln xc ਤਾਂ ਸਾਡਾ ਜਵਾਬ ਇਹ x ln x ਪਾਰਟਿਕਿਊਲਰ ਇੰਟੀਗਰਲ ਹੈ ਅਤੇ ਇਹ ਦਿੱਤੀ ਗਈ ਇਕੁਏਸ਼ਨ ਦਾ ਇੱਕ ਪਾਰਟਿਕਿਊਲਰ ਸੋਲਿਊਸ਼ਨ ਹੈ। ਅਤੇ ਸਾਡੇ ਕੋਲ ਕੰਪਲੀਮੈਂਟਰੀ ਫੰਕਸ਼ਨ ਹੈ, ਸਾਡੇ ਕੋਲ ਇਹ ਪਾਰਟਿਕਿਊਲਰ ਇੰਟੀਗਰਲ ਹੈ। ਜੇ ਅਸੀਂ ਇਹਨਾਂ ਦੋਵਾਂ ਨੂੰ ਐਡ ਕਰਦੇ ਹਾਂ ਤਾਂ ਸਾਨੂੰ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਮਿਲੇਗਾ। ਜਨਰਲ ਸੋਲਿਊਸ਼ਨ ਇਸ ਰੂਪ ਵਿੱਚ ਦਿੱਤਾ ਜਾਂਦਾ ਹੈ y ਕੰਪਲੀਮੈਂਟਰੀ ਫੰਕਸ਼ਨ ਦੇ ਇਕੁਅਲ ਹੈ ਜੋ ਇੱਥੇ ਦਿੱਤਾ ਗਿਆ ਹੈ xc1 cos ln x plus c2 sin ln x ਅਤੇ ਪਲੱਸ ਇਹ ਪਾਰਟਿਕਿਊਲਰ ਇੰਟੀਗਰਲ ਜੋ x ln x ਹੈ। ਇਸ ਲਈ ਇਸ ਨਾਲ ਸਾਡੀ ਦਿੱਤੀ ਗਈ ਇਕੁਏਸ਼ਨ ਹੱਲ ਹੋ ਜਾਵੇਗੀ। ਇਸ ਦੇ ਇਹ ਦੋ ਆਰਬਿਟਰੇਰੀ ਕੌਨਸਟੈਂਟਸ ਹਨ, ਇਹ ਨਾਨ ਕੋਨਸਟੈਂਟ ਕੋਐਫੀਸ਼ੀਐਂਟਸ ਜਾਂ ਕੌਸ਼ੀ ਯੂਲਰ ਇਕੁਏਸ਼ਨ ਦੇ ਨਾਲ ਦਿੱਤੀ ਗਈ ਨਾਨ ਹੋਮੋਜੀਨੀਅਸ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਪ੍ਰਦਾਨ ਕਰਦਾ ਹੈ। ਹੁਣ ਅਸੀਂ ਇੱਥੇ ਇਸ ਆਈਡੀਆ ਬਾਰੇ ਗੱਲ ਕਰਾਂਗੇ। ਕੁਝ ਇਕੁਏਸ਼ਨਸ ਹਨ ਜਿਨ੍ਹਾਂ ਨੂੰ ਇਸ ਕੌਸ਼ੀ ਯੂਲਰ ਫੋਰਮ ਵਿੱਚ ਘਟਾਇਆ ਜਾ ਸਕਦਾ ਹੈ। ਅਤੇ ਫਿਰ ਅਸੀਂ ਜਾਣਦੇ ਹਾਂ ਕਿ ਕੌਸ਼ੀ ਯੂਲਰ ਫੋਰਮ ਨੂੰ ਕਿਵੇਂ ਹੱਲ ਕਰਨਾ ਹੈ। ਇਸ ਲਈ ਉਦਾਹਰਨ ਲਈ ਇਸ ਤਰ੍ਹਾਂ ਦੀ ਇਕੁਏਸ਼ਨ ਜਦੋਂ ਸਾਡੇ ਕੋਲ a ਪਲੱਸ bx ਪਾਵਰ n ਅਤੇ ਪਲੱਸ bx ਪਾਵਰ n -1 ਅਤੇ ਅੱਗੇ ਵੀ, ਤਾਂ ਇਹ ਕੋਐਫੀਸ਼ੀਐਂਟਸ ਹੁਣ ਕੌਸ਼ੀ ਇਕੁਏਸ਼ਨਸ ਵਿੱਚ ਹਨ। ਸਾਡੇ ਕੋਲ ਕੇਵਲ a x ਪਾਵਰ ਅਤੇ n ਜਾਂ x ਪਾਵਰ n -1 ਆਦਿ ਹੈ। ਪਰ ਇਸ ਕੇਸ ਵਿੱਚ ਸਾਡੇ ਕੋਲ ਇੱਥੇ a ਪਲੱਸ bx ਹੈ, ਇੱਥੇ ਵੀ ਸਾਡੇ ਕੋਲ a ਪਲੱਸ bx ਫੋਰਮ ਹੈ। ਇਸ ਲਈ ਸਾਨੂੰ ਇੱਥੇ ਇਸ a ਪਲੱਸ bx ਨੂੰ ਇੱਕ ਨਵੇਂ ਵੈਰੀਏਬਲ v ਵਿੱਚ ਸਬਸਟੀਟਿਊਟ ਕਰਨ ਦੀ ਲੋੜ ਹੈ। ਜੇਕਰ ਅਜਿਹਾ ਹੈ ਤਾਂ a ਪਲੱਸ bx ਇਸ ਸਬਸਟੀਟਿਊਸ਼ਨ ਦੇ ਨਾਲ v ਦੇ ਇਕੁਅਲ ਹੈ। ਸਾਡੀ ਇਕੁਏਸ਼ਨ ਇਸ ਕੌਸ਼ੀ ਯੂਲਰ ਇਕੁਏਸ਼ਨ ਵਿੱਚ ਕਨਵਰਟ ਹੋ ਜਾਵੇਗੀ। ਅਤੇ ਸਾਨੂੰ ਪਤਾ ਹੈ ਕਿ ਕੌਸ਼ੀ ਯੂਲਰ ਇਕੁਏਸ਼ਨ ਨੂੰ ਕਿਵੇਂ ਹੱਲ ਕਰਨਾ ਹੈ। ਇਸ ਲਈ ਇਸ ਬਦਲਾਅ ਨਾਲ ਅਸੀਂ ਇਸ ਤਰ੍ਹਾਂ ਦੀ ਸਬਸਟੀਟਿਊਸ਼ਨ ਕਰ ਸਕਦੇ ਹਾਂ a ਪਲੱਸ bx ਜੋ ਕਿ v ਦੇ ਇਕੁਅਲ ਹੈ ਨਾਲੇ dy ਓਵਰ dv ਅਤੇ dv ਓਵਰ dx ਲਿਖੀ ਜਾਵੇਗੀ। ਤਾਂ dv ਓਵਰ dx ਕੀ ਹੈ ਜੋ ਕਿ ਹੋਰ ਕੁਝ ਨਹੀਂ ਇੱਥੇ b ਹੈ। dy ਓਵਰ dx dy ਓਵਰ dx dy ਓਵਰ dv ਦੀਆਂ ਟਰਮਜ਼ ਵਿੱਚ ਇਸ ਦੇ ਫੈਕਟਰ b ਦੇ ਨਾਲ। ਅਤੇ ਜੇ ਅਸੀਂ ਇਸ ਨੂੰ ਜਾਰੀ ਰੱਖੀਏ, ਜੇ ਅਸੀਂ d2y ਓਵਰ dx2 ਲਈਏ ਜੋ ਇੱਕ ਵਾਰ ਫਿਰ ਸੌਖੇ ਰੂਪ ਵਿੱਚ ਆਵੇਗਾ ਇਹ ਇੱਕ ਵਾਰ ਹੋਰ b, ਤਾਂ ਉਹ b ਸਕੁਏਅਰ ਹੋਵੇਗਾ। ਜਦੋਂ ਅਸੀਂ ਥਰਡ ਡੈਰੀਵੇਟਿਵ ਨੂੰ ਕੰਪਿਊਟ ਕਰਦੇ ਹਾਂ ਤਾਂ ਇਹ b ਕਿਊਬ ਹੋਵੇਗਾ ਜਿਸ ਨਾਲ dy ਓਵਰ dv ਹੋਵੇਗਾ। ਇਸ ਨੂੰ ਕਿਸੇ ਵੀ ਆਰਡਰ ਡੈਰੀਵੇਟਿਵ ਲਈ ਜਾਰੀ ਰੱਖਿਆ ਜਾ ਸਕਦਾ ਹੈ, ਮਤਲਬ ਕਿ nth ਆਰਡਰ ਡੈਰੀਵੇਟਿਵ ਵੀ ਅਸੀਂ ਕੰਪਿਊਟ ਕਰ ਸਕਦੇ ਹਾਂ ਅਤੇ ਇਹ b ਪਾਵਰ n ਬਾਹਰ ਆ ਜਾਵੇਗਾ ਅਤੇ ਫਿਰ ਸਾਡੇ ਕੋਲ dn y ਓਵਰ dv n ਹੋਵੇਗਾ। ਇਸ ਲਈ ਹੁਣ ਜੇਕਰ ਅਸੀਂ ਇਸ ਨੂੰ ਇਸ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਦੇ ਹਾਂ ਤਾਂ ਇੱਥੇ ਕੀ ਹੋਵੇਗਾ, ਇੱਥੇ ਇਸ ਵਿੱਚ ਵੀ ਪਾਵਰ n ਅਤੇ ਫਿਰ dn y ਓਵਰ dx n ਇਹ ਵੀ ਪਾਵਰ n dn y ਓਵਰ d v n ਹੋਵੇਗਾ। ਸੈਕਿੰਡ ਟਰਮ a1 ਹੋਵੇਗੀ ਅਤੇ ਇੱਥੇ ਸਾਡੇ ਕੋਲ ਵੀ ਪਾਵਰ n-1 ਹੋਵੇਗਾ ਅਤੇ ਇਸ ਨੂੰ nth ਆਰਡਰ ਡੈਰੀਵੇਟਿਵ ਤੋਂ ਕਨਵਰਟ ਕੀਤੀ ਜਾ ਸਕਦਾ ਹੈ ਅਤੇ bn-1 ਆਵੇਗਾ ਅਤੇ dn-1 y ਓਵਰ dx n-1 ਅਤੇ ਇਹ ac n-1 a ਪਲੱਸ b x ਇੱਥੇ ਵੀ ਹੈ
ਅਤੇ dy ਓਵਰ dx, ਇਹ ਵੀ dy ਓਵਰ dv ਲਈ ਜਾਰੀ ਰਹੇਗਾ। ਅਤੇ ਇਹ ny ਇਸ x ਦੇ ਇਕੁਅਲ ਹੋਵੇਗਾ ਅਤੇ x ਇਸ x ਦਾ ਫੰਕਸ਼ਨ ਹੈ ਪਰ ਇਸ ਨੂੰ ਦੁਬਾਰਾ ਕਨਵਰਟ ਕੀਤਾ ਜਾਵੇਗਾ ਇਹ x v ਦੀ ਇਸ ਫੋਰਮ ਵਿੱਚ ਸੈੱਟ ਹੋਵੇਗਾ, ਇਸ ਲਈ ਇਸ v ਦਾ ਕੁਝ ਫੰਕਸ਼ਨ ਰਾਈਟ ਹੈਂਡ ਸਾਈਡ x ਦੀ ਬਜਾਏ ਆਵੇਗਾ। ਇਸ ਲਈ ਜਦੋਂ ਅਸੀਂ ਇਸ ਨੂੰ ਕਨਵਰਟ ਕਰਦੇ ਹਾਂ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ, ਉਸ ਨੂੰ ਬਦਲ ਕੇ ਰਾਈਟ ਹੈਂਡ ਸਾਈਡ ਨੂੰ ਇਸ bn ਨਾਲ ਡਿਵਾਈਡ ਕਰਕੇ ਪੂਰੀ ਇਕੁਏਸ਼ਨ ਨੂੰ ਇਸ bn ਨਾਲ ਡਿਵਾਈਡ ਕਰਕੇ ਇਹ x ਬਣ ਜਾਂਦਾ ਹੈ ਜਿਸ ਨੂੰ ਸਾਨੂੰ ਦੁਬਾਰਾ ਸਬਸਟੀਟਿਊਟ ਕਰਨ ਦੀ ਲੋੜ ਹੈ ਫਿਰ ਭਾਵੇਂ ਜੋ ਵੀ x ਉੱਥੇ v ਦੇ ਟਰਮਜ਼ ਵਿੱਚ ਦਿੱਤਾ ਗਿਆ ਹੋਵੇ। ਅਤੇ ਇਹ ਇਸ bn ਨਾਲ ਡਿਵਾਈਡ ਕੀਤਾ ਜਾਵੇਗਾ ਅਤੇ ਫਿਰ ਲੈਫਟ ਹੈਂਡ ਸਾਈਡ ਇੱਥੇ ਵੀ n ਅਤੇ dny ਓਵਰ dvn, ਇੱਥੇ ਸਾਨੂੰ ਇਹ a1 ਓਵਰ b ਪ੍ਰਾਪਤ ਹੋਵੇਗਾ ਕਿਉਂਕਿ ਇੱਕ ਟਰਮ ਵੀ n-1 ਹੈ। ਅਤੇ ਜਦੋਂ ਅਸੀਂ ਇਸ bn ਨਾਲ ਡਿਵਾਈਡ ਕਰਦੇ ਹਾਂ, ਇਸ ਲਈ ਡਿਨੋਮੀਨੇਟਰ ਵਿੱਚ ਇੱਕ ਬਚ ਜਾਵੇਗਾ n-1 nth ਆਰਡਰ ਟਰਮ ਅਤੇ ਅੱਗੇ ਵੀ। ਇਹ ਰਾਈਟ ਹੈਂਡ ਸਾਈਡ ਇੱਕ ਵਾਰ ਫਿਰ ਇਹ ਸ਼ਾਇਦ ਇੱਕ ਨਵਾਂ x ਇੱਥੇ ਜੋ ਕਿ v ਦਾ ਫੰਕਸ਼ਨ ਹੈ ਕਿਉਂਕਿ ਇਹ x ਦਾ ਇੱਕ ਫੰਕਸ਼ਨ ਹੈ ਪਰ ਹੁਣ x ਨੂੰ v ਦੀਆਂ ਟਰਮਜ਼ ਵਿੱਚ ਬਦਲਿਆ ਜਾ ਸਕਦਾ ਹੈ। ਇਸ ਲਈ ਸਾਨੂੰ ਇਹ v ਦਾ ਰਾਈਟ ਹੈਂਡ ਸਾਈਡ ਦਾ ਇਹ ਫੰਕਸ਼ਨ ਵੀ ਪ੍ਰਾਪਤ ਹੋਵੇਗਾ ਪਰ ਹੁਣ ਅਸੀਂ ਕੀ ਦੇਖਦੇ ਹਾਂ ਕਿ ਇਹ ਇਕੁਏਸ਼ਨ ਬਿਲਕੁਲ ਉਹੀ ਇਕੁਏਸ਼ਨ ਹੈ ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਇੱਕ ਕੌਸ਼ੀ ਯੂਲਰ ਇਕੁਏਸ਼ਨ ਤਾਂ ਕੋਐਫੀਸ਼ੀਐਂਟਸ nth ਆਰਡਰ ਟਰਮ ਇੱਥੇ ਵੀ ਪਾਵਰ n ਦੇ ਨਾਲ n-1 ਆਰਡਰ ਟਰਮ ਹੈ ਸਾਡੇ ਕੋਲ ਇਹ n-1 ਹੈ ਅਤੇ ਇੱਥੇ ਸਾਡੇ ਕੋਲ ਵੀ ਹੈ। ਇਸ ਲਈ ਇਹ ਕੌਸ਼ੀ ਯੂਲਰ ਇਕੁਏਸ਼ਨ ਹੈ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਇਸ ਸਬਸਟੀਟਿਊਟ ਨਾਲ ਇਸ ਨੂੰ ਹੱਲ ਕਿਵੇਂ ਕਰਨਾ ਹੈ ਅਤੇ ਹੁਣ ਇਸ ਨੂੰ ਦਰਸਾਉਣ ਲਈ ਇਹ ਉਦਾਹਰਨ ਦੇਖੋ। ਅਸੀਂ ਇਹ 1 ਪਲੱਸ x ਹੋਲ ਸਕੁਏਅਰ ਲੈਂਦੇ ਹਾਂ ਅਤੇ ਸੈਕਿੰਡ ਆਰਡਰ ਡੈਰੀਵੇਟਿਵ ਪਲੱਸ ਇਹ 1 ਪਲੱਸ x ਫਸਟ ਆਰਡਰ ਡੈਰੀਵੇਟਿਵ ਪਲੱਸ y ਇਜ਼ ਇਕੁਅਲ ਟੂ 4 ਇੱਥੇ ਇਹ ਕੋਸ log 1 ਪਲੱਸ x ਦੇ ਇਸ ਕੋਸ ਨਾਲ। ਅਤੇ ਹੁਣ ਜੇਕਰ ਅਸੀਂ ਇਸ 1 ਪਲੱਸ x ਨੂੰ v ਵਜੋਂ ਸਬਸਟੀਟਿਊਟ ਕਰੀਏ ਮੇਰਾ ਮਤਲਬ ਇੱਥੇ ਜੋ ਵੀ ਦਿੱਤਾ ਗਿਆ ਹੈ 1 ਪਲੱਸ, ਇਸ ਲਈ ਆਮ ਤੌਰ ਤੇ ਇੱਥੇ ਇਹ x ਪਲੱਸ p ਟਰਮ, ਅਸੀਂ ਇਸ 1 ਪਲੱਸ x ਨੂੰ v ਦੇ ਇਕੁਅਲ ਲਿਆ ਹੈ, ਅਸੀਂ ਇੱਥੇ ਇਹ ਜੋ ਵੀ ਸਬਸਟੀਟਿਊਸ਼ਨ ਕੀਤੀ ਹੈ ਅਤੇ ਉਹ ਹੁਣ dy ਓਵਰ dx ਨੂੰ ਜੋ dy ਓਵਰ dv ਅਤੇ dv ਓਵਰ dx ਦੇ ਇਕੁਅਲ ਹੈ ਨੂੰ ਕਨਵਰਟ ਕਰੇਗਾ ਇਸ ਇਕੁਏਸ਼ਨ ਤੋਂ ਇਹ dy ਓਵਰ dv ਅਤੇ dv ਓਵਰ dx ਇੱਕ ਹੈ ਕਿਉਂਕਿ ਜਦੋਂ ਅਸੀਂ ਇਸ dv ਓਵਰ dx ਨੂੰ ਕੰਪਿਊਟ ਕਰਦੇ ਹਾਂ ਇਹ ਕੇਵਲ ਇੱਕ ਹੈ, ਇਸ ਲਈ ਇੱਥੇ ਇੱਕ ਆ ਰਿਹਾ ਹੈ ਤਾਂ ਸਾਡੇ ਕੋਲ ਕਿਹੜਾ ਰਿਲੇਸ਼ਨ ਹੈ ਸਾਡੇ ਕੋਲ dy ਓਵਰ dx ਜੋ dy ਓਵਰ dv ਨਾਲ ਬਦਲ ਜਾਵੇਗਾ ਇੱਥੇ ਕੋਈ ਫੈਕਟਰ ਨਹੀਂ ਆ ਰਿਹਾ ਕਿਉਂਕਿ ਇਹ 1 ਪਲੱਸ x ਅਤੇ ਫਿਰ ਦੂਜਾ ਆਰਡਰ ਡੈਰੀਵੇਟਿਵ ਜਦੋਂ ਅਸੀਂ ਕੰਪਿਊਟ ਕਰਦੇ ਹਾਂ ਤਾਂ d2y ਓਵਰ dx ਦੁਬਾਰਾ 2 ਹੈ ਕਿਉਂਕਿ ਇਸ x ਦਾ ਫੈਕਟਰ ਇੱਕ ਸੀ ਇਸ ਲਈ ਸਾਨੂੰ ਕੋਈ ਬਦਲਾਅ ਨਹੀਂ ਮਿਲੇਗਾ ਪਰ ਤੁਹਾਨੂੰ v ਦੇ ਸੰਬੰਧ ਵਿੱਚ ਸੈਕਿੰਡ ਆਰਡਰ ਡੈਰੀਵੇਟਿਵ ਮਿਲੇਗਾ। ਅਤੇ ਜੇ ਅਸੀਂ ਇਸ ਦਿੱਤੀ ਹੋਈ ਇਕੁਏਸ਼ਨ ਵਿੱਚ ਇਸ ਨੂੰ ਸਬਸਟੀਟਿਊਟ ਕਰੀਏ ਤਾਂ ਫਿਰ ਸਾਨੂੰ ਇੱਥੇ v ਸਕੁਏਅਰ ਪ੍ਰਾਪਤ ਹੋਵੇਗਾ ਅਤੇ d2y ਓਵਰ dv ਸਕੁਏਅਰ ਪਲੱਸ v ਟਰਮ ਅਤੇ dy ਓਵਰ dv ਪਲੱਸ ਇਹ y ਅਤੇ ਰਾਈਟ ਹੈਂਡ ਸਾਈਡ ਸਾਡੇ ਕੋਲ 4 ਟਾਈਮਜ਼ ਕੋਸ ਹੈ ਅਤੇ ln ਆਫ v ਹੈ, ਇਸ ਲਈ ਇਹ ਇਕੁਏਸ਼ਨ ਬਿਲਕੁਲ ਚਰਚਾ ਕੀਤੀ ਗਈ ਕੌਸ਼ੀ ਯੂਲਰ ਫੋਰਮ ਹੈ। ਇਹ ਕੌਸ਼ੀ ਯੂਲਰ ਇਕੁਏਸ਼ਨ ਦੀ ਕੌਸ਼ੀ ਯੂਲਰ ਫੋਰਮ ਹੈ ਜਿਸ ਨੂੰ ਅਸੀਂ ਹੁਣੇ ਇੰਡੀਪੈਂਡੈਂਟ ਵੇਰੀਏਬਲ ਤੋਂ ਇੱਕ ਨਵੇਂ ਇੰਡੀਪੈਂਡੈਂਟ ਵੇਰੀਏਬਲ ਵਿੱਚ ਉਪਯੁਕਤ ਸਬਸਟੀਟਿਊਸ਼ਨ ਦੁਆਰਾ ਹੱਲ ਕੀਤਾ ਹੈ। ਇਸ ਲਈ ਹੁਣ ਅਸੀਂ ਬਿਲਕੁਲ ਉਸੇ ਤਰ੍ਹਾਂ ਕਰਾਂਗੇ, ਅਸੀਂ ਇਸ ਇੰਡੀਪੈਂਡੈਂਟ ਵੇਰੀਏਬਲ v ਨੂੰ ਐਕਸਪੋਨੈਂਸ਼ੀਅਲ z ਦੀ ਫੋਰਮ ਵਿੱਚ ਸਬਸਟੀਟਿਊਟ ਕੀਤਾ ਅਤੇ ਫਿਰ ਇਹ ਸਬਸਟੀਟਿਊਸ਼ਨ ਕਰਕੇ ਅਤੇ ਇਸ d1 ਨੂੰ ਇਹਨਾਂ ਟਰਮਜ਼ d ਓਵਰ dz ਵਿੱਚ ਇੱਕ ਨਵਾਂ ਆਪਰੇਟਰ ਮੰਨ ਕੇ ਸਾਡਾ ਆਪਰੇਟਰ d ਇੱਥੇ d ਓਵਰ dv ਨਵਾਂ ਆਪਰੇਟਰ d1 d ਓਵਰ dz ਹੋਵੇਗਾ। ਤਾਂ ਇਸ ਵੇਰੀਏਬਲ ਦੇ ਬਦਲਾਅ ਨਾਲ ਕੀ ਹੋਵੇਗਾ ਇਹ v ਸਕੁਏਅਰ d2y ਓਵਰ dv ਸਕੁਏਅਰ ਜਾਂ v ਸਕੁਏਅਰ d ਸਕੁਏਅਰ ਹੋਵੇਗਾ ਕਿਉਂਕਿ ਅਸੀਂ d ਦੇ ਟਰਮਜ਼ ਵਿੱਚ ਲਿਖ ਸਕਦੇ ਹਾਂ ਜੇ ਅਸੀਂ d ਆਪਰੇਟਰ ਨੂੰ d ਓਵਰ dv ਵਿੱਚ ਪਰਿਭਾਸ਼ਿਤ ਕਰਦੇ ਹਾਂ ਕਿਉਂਕਿ ਸਾਡਾ
ਡਿਫਰੈਂਸ਼ੀਅਲ ਆਪਰੇਟਰ ਵੀ ਦੇ ਟਰਮਜ਼ ਵਿੱਚ ਲਿਖਿਆ ਹੋਇਆ ਹੈ। ਫਿਰ ਇਹ ਇਕੁਏਸ਼ਨ ਇਸ ਤਰ੍ਹਾਂ ਹੋਵੇਗੀ v ਸਕੁਏਅਰ ਪਲਸ avd ਅਤੇ ਪਲਸ a1 ਆਪਰੇਟਡ ਔਨ y, ਰਾਈਟ ਹੈਂਡ ਸਾਈਡ, 4 cos ln v ਹੈ। ਇਸ ਲਈ ਇਹ v ਸਕੁਏਅਰ d ਸਕੁਏਅਰ ਨੂੰ 1d1 1 ਨਾਲ ਬਦਲ ਦਿੱਤਾ ਜਾਵੇਗਾ ਅਤੇ avd ਇਸ v ਸਬਸਟੀਟਿਊਸ਼ਨ ਦੇ ਨਾਲ v is equal to e ਪਾਵਰ z a d1 ਨਾਲ ਬਦਲ ਦਿੱਤਾ ਜਾਵੇਗਾ। ਅਤੇ ਫਿਰ ਇਹ ਇੱਥੇ 1 ਹੈ, y is equal to 4 times cos ਅਤੇ ln ਕਿਉਂਕਿ v e ਪਾਵਰ z ਦੇ ਇਕੁਅਲ ਹੈ, ਇਸ ਲਈ ਇੱਥੇ ln v z ਹੈ। ਇਹ ln v ਜੋ v ਦਾ ਲੋਗਰਿਦਮਿਕ ਹੈ ਇੱਥੇ z ਨਾਲ ਬਦਲ ਦਿੱਤਾ ਜਾਵੇਗਾ, ਤਾਂ ਸਾਡੀ ਨਵੀਂ ਇਕੁਏਸ਼ਨ ਹੁਣ ਬਣ ਗਈ ਹੈ d1 ਸਕੁਏਅਰ ਮਾਈਨਸ d1। ਫਿਰ ਸਾਡੇ ਕੋਲ ਪਲਸ d1 ਹੈ ਅਤੇ ਸਾਡੇ ਕੋਲ ਪਲਸ 1 ਆਪਰੇਟਡ ਔਨ y is equal to 4 times a cos z ਅਤੇ d1 ਕੈਂਸਲ ਹੋ ਜਾਂਦਾ ਹੈ ਅਤੇ ਸਾਡੇ ਕੋਲ d1 ਸਕੁਏਅਰ ਪਲਸ 1 ਆਪਰੇਟਡ ਔਨ y is equal to 4 times cos z। ਇਹ ਹੁਣ ਨਵੀਂ ਇਕੁਏਸ਼ਨ ਹੈ ਅਤੇ d1 ਸਕੁਏਅਰ ਪਲਸ 1 y is equal to 4 times cos z ਹੈ। ਤਾਂ ਇਸ ਵਾਸਤੇ ਕੰਪਲੀਮੈਂਟਰੀ ਫੰਕਸ਼ਨ ਕਿਉਂਕਿ ਔਗਜ਼ਿਲਰੀ ਇਕੁਏਸ਼ਨ m ਸਕੁਏਅਰ ਪਲਸ 1 0 ਦੇ ਇਕੁਅਲ ਹੋਵੇਗੀ, ਯਾਨੀ m ਪਲਸ ਮਾਈਨਸ i ਦੇ ਇਕੁਅਲ ਹੈ। ਇਸ ਲਈ ਔਗਜ਼ਿਲਰੀ ਇਕੁਏਸ਼ਨ ਨਾਲ ਅਸੀਂ ਸੋਲਿਊਸ਼ਨ ਨੂੰ z ਦੀਆਂ ਟਰਮਜ਼ ਵਿੱਚ ਲਿਖ ਸਕਦੇ ਹਾਂ ਕਿ c1 ਕਿਉਂਕਿ e ਪਾਵਰ e 0 ਹੈ, e ਪਾਵਰ 0 1 ਹੋਵੇਗੀ। ਸਾਡੇ ਕੋਲ c1 cos z ਪਲਸ c2 sin z ਯਾਨੀ ਕੰਪਲੀਮੈਂਟਰੀ ਫੰਕਸ਼ਨ ਹੈ। ਅਤੇ ਫਿਰ ਇਸ z ਨੂੰ ਦੁਬਾਰਾ ਓਰੀਜਨਲ ਵੇਰੀਏਬਲਸ ਵਿੱਚ ਬਦਲਣ ਦੀ ਲੋੜ ਹੈ, ਸੋ z in vc ਸਾਡੇ ਕੋਲ z ln vc ਲਈ ਅਤੇ ਇਹ ਵੀ ਪਿਛਲੀ ਸਬਸਟੀਟਿਊਸ਼ਨ ਵਿੱਚ 1 ਪਲਸ x ਸੀ, ਇਸ ਲਈ ਸਾਨੂੰ x ਤੇ ਵਾਪਸ ਜਾਣ ਦੀ ਲੋੜ ਹੈ, ਤਾਂ ਇਹ ਕੰਪਲੀਮੈਂਟਰੀ ਫੰਕਸ਼ਨ ਹੋਵੇਗਾ c1 cos a ln of 1 ਪਲਸ x c2 sin ln 1 ਪਲਸ x ਅਤੇ ਪਾਰਟਿਕੂਲਰ ਇੰਟੀਗਰਲ ਜੋ 1 ਓਵਰ a d1 ਸਕੁਏਅਰ ਪਲਸ 1 ਆਪਰੇਟਡ ਔਨ 4 times cos z ਹੈ। ਅਸੀਂ ਇੱਥੇ 4 ਲਿਆ ਸਕਦੇ ਹਾਂ ਅਤੇ ਫਿਰ ਇੱਕ cos z ਇਹੀ ਫਾਰਮੂਲਾ ਹੈ ਜੋ ਅਸੀਂ ਇਸ d1 ਸਕੁਏਅਰ ਮਾਈਨਸ 1 ਨੂੰ ਸਬਸਟੀਟਿਊਟ ਕਰਦੇ ਹਾਂ ਤਾਂ ਇਹ 0 ਬਣ ਰਿਹਾ ਹੈ। ਅਤੇ ਫਿਰ ਅਸੀਂ ਇਹ ਪ੍ਰਾਪਤ ਕੀਤਾ ਹੈ ਕਿ z ਓਵਰ 2 ਹੋਵੇਗਾ ਅਤੇ cos ਸਿਰਫ sin ਹੋਵੇਗਾ, z ਓਵਰ 2a ਅਤੇ 2a ਇੱਥੇ ਸਿਰਫ 1 ਹੈ, z ਬਾਈ 2 ਅਤੇ sin z ਨਾਲ ਉਹ 1 ਓਵਰ d1 ਸਕੁਏਅਰ ਪਲਸ 1 ਔਨ cos z ਆਪਰੇਸ਼ਨ ਦਾ ਨਤੀਜਾ ਹੋਵੇਗਾ ਜੋ z ਬਾਈ 2 ਅਤੇ sin z ਪ੍ਰਦਾਨ ਕਰੇਗਾ, ਤਾਂ ਇਹ 2 ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ 2 z ਹਨ। ਅਤੇ ਇਸ ਇਕੁਏਸ਼ਨ ਦਾ sin z ਪਾਰਟਿਕੂਲਰ ਇੰਟੀਗਰਲ 2z into sin z ਜੋ ਕਿ ਸਾਨੂੰ ਦੁਬਾਰਾ v ਤੇ ਜਾਣ ਦੀ ਲੋੜ ਪਵੇਗੀ ਅਤੇ ਫਿਰ x ਸੋ ਇਹ ln v 2 times ਅਤੇ sin ln v ਅਤੇ x ਦੀਆਂ ਟਰਮਜ਼ ਵਿੱਚ ਸਾਡੇ ਕੋਲ ਇਸ 1 ਪਲਸ x ਦਾ ਸਬਸਟੀਟਿਊਟ ਵੀ ਸੀ, ਸੋ ਸਾਨੂੰ ਇਸ v ਨੂੰ 1 ਪਲਸ x ਵਿੱਚ ਬਦਲਣਾ ਪਿਆ। ਅਖੀਰ ਵਿੱਚ ਪਾਰਟਿਕੂਲਰ ਇੰਟੀਗਰਲ 2 times ln 1 ਪਲਸ x ਹੈ ਅਤੇ sin ll 1 ਪਲਸ x ਅਤੇ ਹੁਣ ਅਸੀਂ ਜਨਰਲ ਸੋਲਿਊਸ਼ਨ ਲਿਖ ਸਕਦੇ ਹਾਂ। ਅਸੀਂ ਇਸ ਪਾਰਟਿਕੂਲਰ ਇੰਟੀਗਰਲ ਵਿੱਚ ਕੰਪਲੀਮੈਂਟਰੀ ਫੰਕਸ਼ਨ ਜੋੜ ਸਕਦੇ ਹਾਂ ਅਤੇ ਇਹ ਇਸ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੋਵੇਗਾ, ਜਿਸ ਨੂੰ ਪਹਿਲਾਂ ਕੌਸ਼ੀ ਯੂਲਰ ਫਾਰਮ ਵਿੱਚ ਕਨਵਰਟ ਕੀਤਾ ਗਿਆ ਅਤੇ ਫਿਰ ਕੌਸ਼ੀ ਯੂਲਰ ਇਕੁਏਸ਼ਨ ਨੂੰ ਕੋਨਸਟੈਂਟ ਕੋਫੀਸ਼ੀਐਂਟ ਵਾਲੀ ਲੀਨੀਅਰ ਇਕੁਏਸ਼ਨ ਵਿੱਚ ਤਬਦੀਲ ਕੀਤਾ ਗਿਆ। ਅਤੇ ਸਾਨੂੰ ਪਤਾ ਹੈ ਕਿ ਇਸ ਕੰਪਲੀਮੈਂਟਰੀ ਫੰਕਸ਼ਨ ਅਤੇ ਪਾਰਟਿਕੂਲਰ ਇੰਟੀਗਰਲ ਦੀ ਮਦਦ ਨਾਲ ਕਿਵੇਂ ਹੱਲ ਕਰਨਾ ਹੈ। ਹੁਣ ਜੇ ਅਸੀਂ ਸਿੱਟਾ ਕੱਢੀਏ ਤਾਂ ਅਸੀਂ ਯੂਲਰ ਕੌਸ਼ੀ ਪ੍ਰਸ਼ਨਾਂ ਤੇ ਚਰਚਾ ਕੀਤੀ ਹੈ ਅਤੇ ਇਹ ਇਕੁਏਸ਼ਨ ਦੀ ਇੱਕ ਖਾਸ ਫਾਰਮ ਹੈ ਜੋ ਕੋਐਫੀਸ਼ੀਐਂਟ ਦੀਆਂ ਟਰਮਜ਼ ਵਿੱਚ ਹੈ x ਪਾਵਰ n ਮਾਈਨਸ 1 ਇੱਕ ਡੈਰੀਵੇਟਿਵ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ। ਅਤੇ ਅਸੀਂ ਕੌਸ਼ੀ ਯੂਲਰ ਫਾਰਮ ਦੇ ਲਈ ਰਿਡਿਊਸਿਬਲ ਇਕੁਏਸ਼ਨਸ ਬਾਰੇ ਵੀ ਚਰਚਾ ਕੀਤੀ ਅਤੇ ਅਸੀਂ ਖਾਸ ਕਰਕੇ ਇਸ ਫਾਰਮ ਨੂੰ x ਪਾਵਰ n ਦੀ ਜਗ੍ਹਾ ਲਿਆ ਸੀ, ਪਰ ਆਈਡੀਆ ਸਿੰਪਲ ਸੀ ਕਿ ਜੇ ਅਸੀਂ ਇਸੇ ਪਲਸ bx ਨੂੰ ਸਬਸਟੀਟਿਊਟ ਕਰੀਏ ਨਵੇਂ ਵੇਰੀਏਬਲ ਦੇ ਤੌਰ ਤੇ ਇਸ ਇਕੁਏਸ਼ਨ ਨੂੰ ਇਸ ਕੌਸ਼ੀ ਯੂਲਰ ਇਕੁਏਸ਼ਨ ਵਿੱਚ ਘੱਟ ਕੀਤਾ ਜਾ ਸਕਦਾ ਹੈ ਅਤੇ ਫਿਰ ਇੱਕ ਹੋਰ ਸਬਸਟੀਟਿਊਸ਼ਨ ਡਿਫਰੈਂਸ਼ੀਅਲ ਇਕੁਏਸ਼ਨ
ਤੇ ਲੈ ਜਾਵੇਗਾ ਯਾਨੀ ਕੌਨਸਟੈਂਟ ਕੋਫੀਸ਼ੀਐਂਟ ਦੇ ਨਾਲ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੋਵੇਗੀ। ਇਹਨਾਂ ਰੈਫਰੈਂਸ ਦੀ ਵਰਤੋਂ ਕਰਕੇ ਅਸੀਂ ਇਹ ਲੈਕਚਰ ਤਿਆਰ ਕੀਤੇ ਹਨ ਅਤੇ ਧਿਆਨ ਨਾਲ ਲੈਕਚਰ ਸੁਣਨ ਲਈ ਧੰਨਵਾਦ।